ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਦੁਨੀਆ 'ਤੇ ਕੋਈ ਵੀ ਸਾਨੀ ਨਹੀਂ ਹੈ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣ ਕੇ ਜਿੱਥੇ ਅੰਦਰ ਇੱਕ ਜੋਸ਼ ਉਮੜ ਪੈਂਦਾ ਹੈ, ਉੱਥੇ ਹੀ ਨਾਮ ਦਾ ਰਸ ਵੀ ਅੰਮ੍ਰਿਤ ਦੇ ਰੂਪ ਦੇ ਵਿੱਚ ਜਿਸਮ ਦੇ ਵਿੱਚ ਚੱਲਣ ਲੱਗਦਾ ਹੈ। ਖਾਲਸਾ ਪੰਥ ਸਾਜਿਆ ਅਤੇ ਗਿੱਦੜਾਂ ਤੋਂ ਸ਼ੇਰ ਬਣਾਇਆ, ਚਿੜੀਆਂ ਦੇ ਸੰਗ ਬਾਜ ਲੜਾਏ। ਇੱਕ ਐਸੀ ਕੌਮ ਨੂੰ ਇਸ ਦੁਨੀਆ ਦੇ ਵਿੱਚ ਵੱਖਰੀ ਪਹਿਚਾਣ ਦਿੱਤੀ ਜੋ ਜੰਗਲਾਂ ਦੇ ਵਿੱਚ ਛੁਪ ਕੇ ਰਹਿੰਦੀ ਸੀ ਤੇ ਨਾ ਕੋਈ ਉਸ ਦਾ ਵਜੂਦ ਇਸ ਦੁਨੀਆ 'ਤੇ ਸੀ। ਇੱਕ ਨਿਚਲੇ ਵਰਗ ਤੋਂ ਉੱਪਰ ਉੱਠ ਚੁੱਕਿਆ ਅਤੇ ਅਜਿਹਾ ਉੱਪਰ ਉਠਾਇਆ ਕਿ ਲੱਖਾਂ ਦੀ ਭੀੜ 'ਚੋਂ ਇੱਕ ਇਕੱਲਾ ਖਾਲਸਾ ਦੂਰੋਂ ਹੀ ਪਹਿਚਾਣਿਆ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਕੌਮ ਦੇ ਲੇਖੇ ਲਗਾ ਦਿੱਤਾ, ਖਾਲਸੇ ਦੀ ਸੇਵਾ ਦੇ ਵਿੱਚ ਲਗਾ ਦਿੱਤਾ। ਆਪਣਾ ਸਾਰਾ ਪਰਿਵਾਰ ਖਾਲਸੇ ਤੇ ਗਰੀਬ ਮਜ਼ਲੂਮਾਂ ਦੀ ਰੱਖਿਆ, ਧਰਮ ਰੱਖਿਆ ਲਈ ਕੁਰਬਾਨ ਕਰ ਦਿੱਤਾ। ਪਹਿਲਾਂ ਪਿਤਾ ਨੂੰ ਸ਼ਹੀਦ ਹੁੰਦਾ ਦੇਖਿਆ ਤੇ ਫਿਰ ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਨੂੰ। ਸਾਰਾ ਪਰਿਵਾਰ ਸਿੱਖ ਪੰਥ ਲਈ ਵਾਰ ਦਿੱਤਾ ਅਤੇ ਕਿਹਾ, ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਗਮਨ ਇਸ ਧਰਤੀ 'ਤੇ ਹੋਇਆ ਤਾਂ ਉਸ ਤੋਂ ਪਹਿਲਾਂ ਕੀ ਕੌਤਕ ਵਰਤੇ, ਇਹਨਾਂ ਗੱਲਾਂ ਬਾਰੇ ਅੱਜ ਤੁਹਾਨੂੰ ਜਾਣੂ ਕਰਾਵਾਂਗੇ। ਅਕਸਰ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਮੁਸਲਮਾਨ ਚਾਹੇ ਜਿੰਨੀ ਮਰਜ਼ੀ ਕਸਮਾਂ ਖਾ ਲਵੇ, ਉਸ 'ਤੇ ਯਕੀਨ ਨਹੀਂ ਕਰਨਾ। ਪਰ ਇਸ ਤੋਂ ਲੋਕ ਇਹ ਸਾਬਤ ਕਰ ਦਿੰਦੇ ਹਨ ਕਿ ਗੁਰੂ ਸਾਹਿਬ ਮੁਸਲਮਾਨ ਵਿਰੋਧੀ ਸਨ ਜਾਂ ਫਿਰ ਮੁਗਲ ਵਿਰੋਧੀ। ਪਰ ਗੁਰੂ ਸਾਹਿਬ ਜੀ ਨੂੰ ਪੜ੍ਹਨ, ਸੁਣਨ ਤੇ ਸਮਝਣ ਵਾਲੇ ਅਜਿਹੀਆਂ ਵਿਚਾਰਾਂ 'ਤੇ ਯਕੀਨ ਨਹੀਂ ਕਰਦੇ। ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਸਰਹੰਦ ਨਦੀ 'ਤੇ ਪਹੁੰਚੇ ਤਾਂ ਮੁਗਲਾਂ ਨੇ ਪਿੱਠ ਪਿੱਛੇ ਵਾਰ ਕੀਤਾ ਤੇ ਉਸ ਸਮੇਂ ਗੁਰੂ ਸਾਹਿਬ ਨੇ ਇਹ ਲਫ਼ਜ਼ ਵਰਤੇ ਸੀ ਕਿ ਜੇਕਰ ਕੋਈ ਮੁਸਲਮਾਨ ਜਿੰਨੀਆਂ ਮਰਜ਼ੀ ਕਸਮਾਂ ਖਾ ਲਵੇ, ਉਸ 'ਤੇ ਯਕੀਨ ਨਹੀਂ ਕਰਨਾ, ਨਾ ਕਿ ਕਿਸੇ ਮੁਗਲ ਜਾਂ ਮੁਸਲਮਾਨ ਧਰਮ ਵਾਸਤੇ ਕਿਹਾ ਸੀ। ਗੁਰੂ ਸਾਹਿਬ ਉਸ ਵਿਚਾਰਧਾਰਾ ਦੇ ਵਿਰੁੱਧ ਵਿੱਚ ਸੀ ਜੋ ਜ਼ੁਲਮ ਨੂੰ ਬੜਾਵਾ ਦਿੰਦੇ ਸੀ, ਨਾ ਕਿ ਕਿਸੇ ਮੁਸਲਮਾਨ ਧਰਮ ਦੇ। ਪਰ ਅੱਜ ਵੀ ਸਾਡੇ ਲੋਕ ਆਪਣੇ ਮਨਾਂ ਦੇ ਵਿੱਚ ਇਹ ਵਹਿਮ ਪਾਲੀ ਬੈਠੇ ਹਨ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਚੱਲ ਪਏ ਹਨ। ਕਿਹਾ ਜਾਂਦਾ ਹੈ ਕਿ 1600 ਸਾਲ ਪਹਿਲਾਂ ਗੁਰੂ ਸਾਹਿਬ ਦੇ ਜਨਮ ਤੋਂ ਈਸਾਈਆਂ ਦੇ ਰਹਿਬਰ ਯਿਸੂ ਮਿਸ਼ੂ ਹੋਏ ਹਨ। ਇੱਕ ਦਿਨ ਉਹ ਆਪਣੀ ਸਮਾਧੀ ਦੇ ਵਿੱਚ ਲੀਨ ਸਨ ਕਿ ਅਚਾਨਕ ਉਹ ਉੱਠ ਕੇ ਬਾਹਰ ਆਏ ਤੇ ਬੜੀ ਹੈਰਾਨੀ ਤੇ ਅਚਰਜ ਦੇ ਵਿੱਚ ਸਨ। ਉਹਨਾਂ ਦੇ ਮੁਰੀਦਾਂ ਨੇ ਪੁੱਛਿਆ ਕਿ ਪ੍ਰਭੂ, ਤੁਹਾਡੇ ਮੁਖ 'ਤੇ ਇੱਕ ਅਲੱਗ ਜਿਹੀ ਹੈਰਾਨੀ ਹੈ, ਇਸ ਦਾ ਕੀ ਕਾਰਨ ਹੈ? ਤਾਂ ਯਿਸੂ ਨੇ ਕਿਹਾ ਕਿ ਅੱਜ ਪ੍ਰਭੂ ਦੀ ਭਗਤੀ ਦੇ ਵਿੱਚ ਲੀਨ ਮੈਨੂੰ ਇੱਕ ਪਵਿੱਤਰ ਰੂਹ ਦੇ ਦਰਸ਼ਨ ਪਰਮਾਤਮਾ ਨੇ ਕਰਵਾਏ ਹਨ ਜੋ ਇਸ ਦੁਨੀਆ 'ਤੇ ਆਵੇਗਾ। ਮੁਰੀਦਾਂ ਦੇ ਪੁੱਛਣ 'ਤੇ ਉਹਨਾਂ ਦੱਸਿਆ ਕਿ ਉਹ ਰੂਹ ਇੱਕ ਅਲੱਗ ਰੂਪ ਰੇਖਾ ਦੇ ਵਿੱਚ ਇਸ ਦੁਨੀਆ 'ਤੇ ਆਏਗੀ, ਜਿਸ ਕੋਲ ਇੱਕ ਚਿੱਟਾ ਘੋੜਾ ਸੀ ਤੇ ਉਸਨੇ ਤਲਵਾਰਾਂ ਧਾਰਨ ਕੀਤੀਆਂ ਸਨ ਤੇ ਮੁਖ 'ਤੇ ਇੱਕ ਇਲਾਹੀ ਨੂਰ ਸੀ। ਪਰਮਾਤਮਾ ਨੇ ਦੱਸਿਆ ਕਿ ਜ਼ੁਲਮ ਦਾ ਖਾਤਮਾ ਕਰਨ ਦੇ ਲਈ ਇਹ ਜਲਦ ਹੀ ਦੁਨੀਆ 'ਤੇ ਅਵਤਾਰ ਆਵੇਗਾ। ਯਿਸੂ ਨੇ ਦੱਸਿਆ ਸੀ ਕਿ ਇਹ ਨਹੀਂ ਪਤਾ ਕਿ ਉਹ ਕਦੋਂ ਤੇ ਕਿੱਥੇ ਆਵੇਗਾ, ਪਰ ਉਹ ਜਲਦ ਹੀ ਇਸ ਦੁਨੀਆ ਦੇ ਉੱਪਰ ਆਵੇਗਾ। ਯਿਸੂ ਉਸ ਸਮਾਧੀ ਦੇ ਵਿੱਚ ਰੂਹ ਦੇ ਦਰਸ਼ਨ ਕਰ ਇੰਨੇ ਹੈਰਾਨ ਹੋਏ ਕਿ ਉਹਨਾਂ ਨੇ ਦੋਵੇਂ ਬਾਹਾਂ ਉੱਪਰ ਕਰਕੇ ਉਸ ਰੂਹ ਦਾ ਡਾਂਕਾ ਸਭ ਨੂੰ ਦੱਸਿਆ ਤੇ ਉਹ ਹੋਰ ਕੋਈ ਨਹੀਂ, ਗੁਰੂ ਗੋਬਿੰਦ ਸਿੰਘ ਜੀ ਹੀ ਸਨ। ਇਸ ਗੱਲ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ ਕਿ ਜਿਸ ਦਿਨ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ, ਉਸੇ ਦਿਨ ਪੰਜਾਬ ਦੇ ਵਿੱਚ ਇੱਕ ਮਹਾਨ ਮੁਸਲਮਾਨ ਸੰਤ ਭੀਖਨ ਸ਼ਾਹ ਨੇ ਪੂਰਬ ਦੇ ਵੱਲ ਮੁੱਖ ਕਰਕੇ ਨਵਾਜ਼ ਅਦਾ ਕਰਨੀ ਸ਼ੁਰੂ ਕੀਤੀ ਸੀ। ਮੁਰੀਦ ਦੇਖ ਕੇ ਹੈਰਾਨ ਹੋਏ ਅਤੇ ਕਹਿਣ ਲੱਗੇ ਕਿ ਸੰਤ ਜੀ, ਪੱਛਮ ਤਾਂ ਉਸ ਤਰਫ ਹੈ, ਤੁਸੀਂ ਪੂਰਬ ਵੱਲ ਮੂੰਹ ਕਰਕੇ ਕਿਉਂ ਨਵਾਜ਼ ਅਦਾ ਕਰ ਰਹੇ ਹੋ? ਤਾਂ ਭੀਖਨ ਸ਼ਾਹ ਨੇ ਕਿਹਾ ਸੀ ਕਿ ਅੱਜ ਅੱਲਾ ਦਾ ਇੱਕ ਅਵਤਾਰ ਇਸ ਦੁਨੀਆ ਦੇ ਉੱਤੇ ਆਇਆ ਹੈ ਤੇ ਮੈਂ ਉਸ ਨੂੰ ਸਜਦਾ ਅਦਾ ਕਰ ਰਿਹਾ ਹਾਂ। ਭੀਖਨ ਸ਼ਾਹ ਨੇ ਆਪਣੇ ਮੁਰੀਦਾਂ ਨੂੰ ਕਿਹਾ ਕਿ ਤੁਸੀਂ ਸ਼ੱਕ ਨਾ ਕਰੋ, ਤੁਹਾਨੂੰ ਵੀ ਉਸ ਇਲਾਹੀ ਰੂਹ ਦੇ ਦਰਸ਼ਨ ਕਰਵਾਵਾਂਗਾ। ਕਿਹਾ ਜਾਂਦਾ ਹੈ ਕਿ ਪਟਨਾ ਸਾਹਿਬ ਪਹੁੰਚਣ ਲਈ ਉਹਨਾਂ ਨੂੰ 3 ਮਹੀਨੇ ਲੱਗੇ ਤੇ ਉੱਥੇ ਜਾ ਕੇ ਉਹਨਾਂ ਮਾਤਾ ਗੁਜਰੀ ਤੇ ਮਾਮਾ ਕਿਰਪਾਲ ਜੀ ਨੂੰ ਬੇਨਤੀ ਕੀਤੀ ਉਸ ਅੱਲਾ ਦੇ ਬੰਦੇ ਦੇ ਉਹਨਾਂ ਦਰਸ਼ਨ ਕਰਨੇ ਹਨ। ਪਰ ਪਹਿਲਾਂ ਤਾਂ ਉਹਨਾਂ ਨੂੰ ਦਰਸ਼ਨ ਨਹੀਂ ਕਰਵਾਏ ਗਏ, ਪਰ ਜਦੋਂ ਭੀਖਨ ਸ਼ਾਹ ਆਪਣੇ ਮੁਰੀਦਾਂ ਸੰਗ ਉੱਥੇ ਹੀ ਦਰਸ਼ਨਾਂ ਦੇ ਲਈ ਜਿੱਦ ਉੱਤੇ ਅੜ ਗਏ ਤੇ ਕਈ ਦਿਨ ਭੁੱਖੇ ਪਿਆਸੇ ਉੱਥੇ ਬੈਠੇ ਰਹੇ ਅਤੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਦਰਸ਼ਨ ਨਹੀਂ ਹੋਏ ਤਾਂ ਉਹ ਆਪਣਾ ਸਰੀਰ ਇੱਥੇ ਹੀ ਤਿਆਗ ਦੇਣਗੇ। ਤਾਂ ਆਖਿਰ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਵਾਏ ਗਏ ਤੇ ਕਿਹਾ ਜਾਂਦਾ ਹੈ ਕਿ ਜ਼ਮੀਨ ਦੇ ਉੱਤੇ ਲੇਟ ਕੇ ਭੀਖਨ ਸ਼ਾਹ ਨੇ ਗੁਰੂ ਸਾਹਿਬ ਨੂੰ ਸਜਦਾ ਕੀਤਾ ਤੇ ਨਾਲ ਹੀ ਉਹਨਾਂ ਦੇ ਮੁਰੀਦਾਂ ਨੇ ਵੀ। ਫਿਰ ਭੀਖਨ ਸ਼ਾਹ ਨੇ ਗੁਰੂ ਸਾਹਿਬ ਦੇ ਅੱਗੇ 2 ਬਰਤਨ ਕੀਤੇ
ਉਹ ਦੇਖਣਾ ਚਾਹੁੰਦਾ ਸੀ ਕਿ ਗੁਰੂ ਸਾਹਿਬ ਮੁਸਲਮਾਨਾਂ ਦੇ ਹੱਕ ਦੇ ਵਿੱਚ ਆਏ ਹਨ ਜਾਂ ਫਿਰ ਹਿੰਦੂਆਂ ਦੇ ਹੱਕ ਦੇ ਵਿੱਚ ਇਸ ਦੁਨੀਆ ਦੇ ਉੱਤੇ ਅਵਤਾਰ ਲਿਆ ਹੈ। ਤਾਂ ਭੀਖਨ ਸ਼ਾਹ ਨੇ ਅਰਦਾਸ ਕਰਕੇ ਕਿਹਾ ਕਿ ਤੁਸੀਂ ਕਿਸੇ ਇੱਕ ਦੀ ਚੋਣ ਕਰੋ। ਤਾਂ ਦੱਸਿਆ ਜਾਂਦਾ ਹੈ ਕਿ ਬਾਲ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮੁਸਕਰਾਏ ਅਤੇ ਆਪਣੇ ਦੋਵੇਂ ਹੱਥ ਉਹਨਾਂ ਦੋਵੇਂ ਬਰਤਨਾਂ ਦੇ ਉੱਪਰ ਰੱਖ ਦਿੱਤੇ ਅਤੇ ਭੀਖਨ ਸ਼ਾਹ ਸਮਝ ਗਏ ਕਿ ਇਹ ਇਲਾਹੀ ਰੂਪ ਸਭ ਦੇ ਸਾਂਝੇ ਹਨ। ਜੇਕਰ ਗੁਰੂ ਸਾਹਿਬ ਮੁਸਲਮਾਨ ਵਿਰੋਧੀ ਹੁੰਦੇ ਤਾਂ ਇੰਨੇ ਵੱਡੇ ਸੰਤ ਨੇ ਸਜਦਾ ਨਹੀਂ ਕਰਨਾ ਸੀ ਤੇ ਗੁਰੂ ਸਾਹਿਬ ਵੀ ਇਹ ਸਭ ਕੁਝ ਜਾਣਦੇ ਸੀ। ਇਵੇਂ ਹੀ ਲਖਨੌਰ ਵਿਖੇ ਇੱਕ ਮਹਾਨ ਸੂਫੀ ਸੰਤ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਆਏ ਅਤੇ ਉਹਨਾਂ ਦੱਸਿਆ ਕਿ ਉਹੀ ਰੂਹ ਹੈ ਜੋ ਅੱਲਾ ਤੱਕ ਸਾਨੂੰ ਪਹੁੰਚਾਉਂਦੀ ਹੈ, ਜੋ ਸਾਨੂੰ ਸਮਾਧੀ ਦੇ ਵਿੱਚ ਅੱਲਾ ਦੀ ਦਰਗਾਹ ਦੇ ਵਿੱਚ ਅੱਲਾ ਨੂੰ ਮਿਲਵਾਉਂਦੀ ਹੈ। ਤੇ ਅੱਜ ਇਨਸਾਨੀ ਰੂਪ ਦੇ ਵਿੱਚ ਉਹਨਾਂ ਨੇ ਇਹਨਾਂ ਦੇ ਦਰਸ਼ਨ ਕਰ ਲਏ। ਇਵੇਂ ਹੀ ਪੌਂਟਾ ਸਾਹਿਬ ਦੀ ਜੰਗ ਦੇ ਵਿੱਚ ਜਦੋਂ 500 ਪਠਾਨ ਗੁਰੂ ਸਾਹਿਬ ਦਾ ਸਾਥ ਛੱਡ ਕੇ ਚਲੇ ਗਏ ਸੀ ਤਾਂ ਆਪਣੇ ਨਾਲ 700 ਮਰੀਦ, 2 ਪੁੱਤਰ ਤੇ ਹੋਰਨਾਂ ਰਿਸ਼ਤੇਦਾਰ ਲੈ ਕੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਦੀ ਜੰਗ ਦੇ ਵਿੱਚ ਮਦਦ ਕੀਤੀ ਸੀ, ਜਿਸ ਦੇ ਵਿੱਚ ਉਸ ਦੇ 300 ਮਰੀਦ ਤੇ 2 ਪੁੱਤਰ ਸ਼ਹੀਦ ਹੋਏ। ਜਿਸ ਨੇ ਗੁਰੂ ਸਾਹਿਬ ਲਈ ਆਪਣੇ ਪੁੱਤਰ ਸ਼ਹੀਦ ਕਰਵਾਏ, ਗੁਰੂ ਸਾਹਿਬ ਉਸ ਮੁਸਲਮਾਨ ਨੂੰ ਕਦੀ ਵਿਰੋਧੀ ਨਹੀਂ ਕਹਿਣਗੇ। ਉੱਚ ਦਾ ਪੀਰ ਬਣ ਕੇ ਜਦੋਂ ਗੁਰੂ ਸਾਹਿਬ ਨਿਕਲੇ ਤਾਂ ਗਨੀ ਖਾਨ ਤੇ ਨਵੀ ਖਾਨ ਨੇ ਗੁਰੂ ਸਾਹਿਬ ਦੀ ਮਦਦ ਕੀਤੀ ਸੀ, ਉਹ ਵੀ ਮੁਸਲਮਾਨ ਹੀ ਸਨ। ਸੋ ਕਿਵੇਂ ਗੁਰੂ ਸਾਹਿਬ ਮੁਸਲਮਾਨ ਵਿਰੋਧੀ ਹੋਏ? ਇਹ ਸਭ ਕੁਝ ਕਹੀਆਂ ਕਹਾਈਆਂ ਗੱਲਾਂ ਸਨ ਕਿ ਗੁਰੂ ਸਾਹਿਬ ਮੁਸਲਮਾਨ ਜਾਂ ਪਹਾੜੀ ਰਾਜਿਆਂ ਦੇ ਵਿਰੋਧੀ ਸਨ। ਗੁਰੂ ਸਾਹਿਬ ਨੇ ਕਿਸੇ ਸਰੀਰ ਦਾ ਵਿਰੋਧ ਨਹੀਂ ਕੀਤਾ, ਸਗੋਂ ਉਹਨਾਂ ਦੀ ਵਿਚਾਰਧਾਰਾ ਦੇ ਵਿਰੁੱਧ ਸੀ, ਜੋ ਧਰਮ ਦੇ ਵਿਰੋਧੀ ਸਨ। ਚਾਹੇ ਉਹ ਧਰਮ ਵਿਰੋਧੀ ਕੋਈ ਮੁਸਲਮਾਨ ਹੋਵੇ, ਹਿੰਦੂ ਹੋਵੇ ਜਾਂ ਫਿਰ ਸਿੱਖ ਹੋਵੇ। ਜੇਕਰ ਉਹ ਜ਼ੁਲਮ ਕਰੇਗਾ ਤਾਂ ਗੁਰੂ ਸਾਹਿਬ ਦੀ ਤਲਵਾਰ ਉਸ ਦੇ ਖਿਲਾਫ ਜ਼ਰੂਰ ਚੱਲੇਗੀ।